ਵੈਲਕਮ ਟੂ ਜੀਟੀ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਡੇਜ਼ ਵਿਦ ਥੀਮਸ 1 ਅਪ੍ਰੈਲ ਤੋਂ ਲੈ ਕੇ 31 ਜੁਲਾਈ ਤੱਕ, ਤੇ ਨਾਲ ਨਾਲ ਆਪਾਂ ਕੁਝ ਸਟੈਟਿਕ ਫੈਕਟ ਵੀ ਡਿਸਕਸ ਕਰਾਂਗੇ ਤੇ ਉਹ ਦਿਨ ਕਿਉਂ ਮਨਾਏ ਜਾਂਦੇ ਉਹ ਵੀ ਆਪਾਂ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਡੇਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜਦੋਂ ਵੀ ਵੀਡੀਓਜ਼ ਅਪਲੋਡ ਹੁੰਦੀਆਂ ਨੇ। ਸ਼ੁਰੂ ਕਰਦੇ ਹਾਂ ਵੀਡੀਓ। ਪਹਿਲਾ ਦਿਨ ਹੈਗਾ April 1, ਇਹਨੂੰ ਆਪਾਂ ਕਹਿੰਦੇ ਹਾਂ ਉਤਕਲ ਦਿਵਸ ਔਰ ਉੜੀਸਾ ਡੇ। ਇਸ ਦਿਨ ਉੜੀਸਾ ਸਟੇਟ ਦੀ ਸਥਾਪਨਾ ਹੋਈ ਸੀ 1 ਅਪ੍ਰੈਲ 1936 ਨੂੰ, ਤਾਂ ਕਰਕੇ ਆਪਾਂ ਦਿਨ ਮਨਾਉਂਦੇ ਹਾਂ ਉਤਕਲ ਦਿਵਸ। ਬਹੁਤ ਇੰਪੋਰਟੈਂਟ ਆ ਇਹ, ਯਾਦ ਰੱਖਣਾ 1 ਅਪ੍ਰੈਲ ਨੂੰ ਉਤਕਲ ਦਿਵਸ ਜਾਂ ਉੜੀਸਾ ਡੇ ਇਹ ਮਨਾਇਆ ਜਾਂਦਾ। ਤੇ ਉੜੀਸਾ ਬਾਰੇ ਦੋ ਚੀਜ਼ਾਂ ਹੋਰ ਯਾਦ ਰੱਖ ਲਿਓ। ਉੜੀਸਾ ਦੇ ਵਿੱਚ ਫੇਮਸ ਟੈਂਪਲ ਨੇ ਤਿੰਨ, ਇੱਕ ਹੈਗਾ ਸਨ ਟੈਂਪਲ, ਇੱਕ ਕੋਨਾਰਕ ਟੈਂਪਲ ਆ ਤੇ ਇੱਕ ਜਗਨਨਾਥ ਟੈਂਪਲ ਆ। ਇਹ ਤਿੰਨੋਂ ਟੈਂਪਲ ਇੰਪੋਰਟੈਂਟ ਨੇ, ਇਹ ਵੀ ਤੁਸੀਂ ਯਾਦ ਰੱਖਣਾ। ਤੇ ਉੜੀਸਾ ਦੇ ਵਿੱਚ ਇੱਕ ਬੀਚ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਗਹੀਰਮਠ ਬੀਚ, ਉਹ ਵੀ ਇੰਪੋਰਟੈਂਟ ਹੈ ਕਿਉਂਕਿ ਇੱਥੇ ਬਹੁਤ ਵੱਡੀ ਪੱਧਰ ਦੇ ਓਲਿਵ ਰਿਡਲੇ ਟਰਟਲ ਜਿਹੜੇ ਕੱਛੂ ਕੁੰਮੇ ਹੁੰਦੇ ਇੱਕ ਤਰ੍ਹਾਂ ਦੇ, ਉਹ ਆਉਂਦੇ ਆ ਤੇ ਮਾਸ ਨੈਸਟਿੰਗ ਕਰਦੇ ਆ ਬਹੁਤ ਵੱਡੇ ਪੱਧਰ ਤੇ। ਉਹ ਬੀਚ ਦੇ ਉੱਪਰ ਆਉਂਦੇ ਆ ਤੇ ਅੰਡੇ ਦੇ ਕੇ ਵਾਪਸ ਚਲੇ ਜਾਂਦੇ ਆ। ਉਹਨਾਂ ਵਾਸਤੇ ਪਿੱਛੇ ਇੱਕ ਆਪਰੇਸ਼ਨ ਚਲਾਇਆ ਸੀ ਇੰਡੀਅਨ ਕੋਸਟ ਗਾਰਡ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਆਪਰੇਸ਼ਨ ਓਲੀਵੀਆ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਡੇ ਆ 2 ਅਪ੍ਰੈਲ ਨੂੰ ਵਰਲਡ ਆਟਿਜ਼ਮ ਡੇ ਜਾਂ ਆਟਿਜ਼ਮ ਅਵੇਅਰਨੈਸ ਡੇ। 2 ਅਪ੍ਰੈਲ ਨੂੰ ਆਪਾਂ ਮਨਾਉਂਦੇ ਆ। ਜਿਹੜਾ ਆਟਿਜ਼ਮ ਹੁੰਦਾ ਇੱਕ ਡਿਸੀਜ਼ ਹੁੰਦਾ ਜਿਹਦੇ ਵਿੱਚ ਵਿਕਾਸ, ਜਿਹੜਾ ਦਿਮਾਗ ਦਾ ਵਿਕਾਸ ਉਹ ਘੱਟ ਹੁੰਦਾ, ਉਹਦੇ ਲਈ ਅਵੇਅਰਨੈਸ ਫੈਲਾਉਣ ਵਾਸਤੇ ਕਿ ਆਟਿਜ਼ਮ ਕੀ ਡਿਸੀਜ਼ ਹੈ ਤੇ ਇਹ ਤੋਂ ਕਿੱਦਾਂ ਬਚਿਆ ਜਾ ਸਕਦਾ ਜਾਂ ਇਹਦੇ ਲਈ ਕੀ ਜਿਹੜੇ ਹੈਗੇ ਨੇ ਇਲਾਜ ਵਗੈਰਾ ਨੇ, ਉਹਦੇ ਲਈ ਆਪਾਂ ਇਹ ਦਿਨ ਮਨਾਉਂਦੇ ਹਾਂ। ਇੱਕ 2 ਅਪ੍ਰੈਲ ਨੂੰ ਹੋਰ ਦਿਨ ਮਨਾਇਆ ਜਾਂਦਾ, ਇਹਨੂੰ ਆਪਾਂ ਕਹਿੰਦੇ ਹਾਂ ਗੁੱਡ ਫਰਾਈਡੇ। ਠੀਕ ਹੈ ਜੀ। ਤੇ ਗੁੱਡ ਫਰਾਈਡੇ ਕਿਉਂ ਕਿ ਇਸ ਦਿਨ ਜਿਹੜੇ ਕ੍ਰਿਸਚੀਅਨ ਕਮਿਊਨਿਟੀ ਦੇ ਲੋਕ ਨੇ ਉਹ ਸੈਲੀਬ੍ਰੇਟ ਕਰਦੇ ਆ। ਇਸ ਦਿਨ ਭਗਵਾਨ ਜਿਹੜੇ ਉਹਨਾਂ ਜੀਸਸ ਸੀਗੇ ਉਹਨਾਂ ਨੂੰ ਕ੍ਰੂਸੀਫਾਈ ਕੀਤਾ ਗਿਆ ਸੀ ਤੇ ਉਹਦੀ ਯਾਦ ਵਿੱਚ ਇਹ ਦਿਨ ਮਨਾਉਂਦੇ ਆ, ਗੁੱਡ ਫਰਾਈਡੇ ਵੀ ਕਹਿੰਦੇ ਇਹਨੂੰ। ਅਗਲਾ 4 ਅਪ੍ਰੈਲ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਡੇ ਆਫ ਮਾਈਨ ਅਵੇਅਰਨੈਸ ਐਂਡ ਅਸਿਸਟੈਂਟ ਇਨ ਮਾਈਨ ਐਕਸ਼ਨ। ਮਾਈਨ ਅਵੇਅਰਨੈਸ ਦਾ ਮਤਲਬ ਕਿ ਜਿਹੜੇ ਮਾਈਨ ਅਵੇਅਰਨੈਸ ਡੇ ਜਿਹੜਾ ਮਨਾਇਆ ਜਾਂਦਾ ਨਾ, ਇਹ ਲੈਂਡ ਮਾਈਨਸ ਲਈ ਮਨਾਇਆ ਜਾਂਦਾ। ਲੈਂਡ ਮਾਈਨਸ ਇੱਕ ਐਵੇਂ ਦੇ ਵਿਸਫੋਟਿਕ ਪਦਾਰਥ ਹੁੰਦੇ ਜਿਹੜੇ ਧਰਤੀ ਦੇ ਵਿੱਚ ਦੱਬ ਦਿੱਤੇ ਜਾਂਦੇ ਆ ਤਾਂ ਕਿ ਜਿਹੜੀ ਕਿਸੇ ਦੂਸਰੇ ਕੰਟਰੀ ਦੀ ਅਗਰ ਆਰਮੀ ਵਗੈਰਾ ਤਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ, ਉਹਨੂੰ ਆਪਾਂ ਕਹਿੰਦੇ ਹਾਂ ਲੈਂਡ ਮਾਈਨਸ। ਤੇ ਇਹਨਾਂ ਉਸ ਚੀਜ਼ ਨੂੰ ਰੋਕਣ ਵਾਸਤੇ ਮਾਈਨ ਅਵੇਅਰਨੈਸ ਡੇ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਡੇ ਆਫ ਮਾਈਨ ਅਵੇਅਰਨੈਸ ਐਂਡ ਅਸਿਸਟੈਂਸ ਇਨ ਮਾਈਨ ਐਕਸ਼ਨ। 5 ਅਪ੍ਰੈਲ ਨੂੰ ਨੈਸ਼ਨਲ ਮੈਰੀਟਾਈਮ ਡੇ ਹੁੰਦਾ ਤੇ ਇਹਦਾ ਥੀਮ ਕੀ ਸੀ ਇਸ ਵਾਰੀ? ਸਸਟੇਨੇਬਲ ਸ਼ਿਪਿੰਗ ਬਿਯੋਂਡ ਕੋਵਿਡ-19। ਮੈਰੀਟਾਈਮ ਡੇ ਮਨਾਉਂਦੇ ਆਪਾਂ ਸਮੁੰਦਰ ਦੇ ਵਿੱਚ ਜਿੰਨਾ ਵੀ ਆਪਣਾ ਚਾਹੇ ਬਿਜ਼ਨਸ ਆ ਜਾਂ ਟ੍ਰੇਡ ਆ ਵਗੈਰਾ ਜਾਂ ਆਪਣੀ ਸਿਕਿਉਰਿਟੀ ਨਾਲ ਰਿਲੇਟਡ ਜਿੰਨੇ ਵੀ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਲਈ ਆਪਾਂ ਮੈਰੀਟਾਈਮ ਡੇ ਮਨਾਉਂਦੇ ਹਾਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। 7 ਅਪ੍ਰੈਲ ਨੂੰ ਆਪਾਂ ਦਿਨ ਮਨਾਉਂਦੇ ਹਾਂ ਵਰਲਡ ਹੈਲਥ ਡੇ। ਵੈਰੀ ਇੰਪੋਰਟੈਂਟ, ਇਹ ਤਾਂ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ 7 ਅਪ੍ਰੈਲ ਨੂੰ ਵਰਲਡ ਹੈਲਥ ਡੇ। ਇਸ ਵਾਰ ਦਾ ਥੀਮ ਕੀ ਸੀ? ਬਿਲਡਿੰਗ ਅ ਫੇਅਰ ਹੈਲਥੀਅਰ ਵਰਲਡ ਫॉर एवरीवन। ਵਰਲਡ ਹੈਲਥ ਡੇ ਆਪਾਂ ਇਸ ਲਈ ਤਾਂ ਮਨਾਉਂਦੇ ਹਾਂ ਕਿਉਂਕਿ ਇਸ ਦਿਨ 7 ਅਪ੍ਰੈਲ 1948 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸਥਾਪਨਾ ਹੋਈ ਸੀ। ਇਹ ਤੁਸੀਂ ਯਾਦ ਰੱਖਣਾ। ਇਹਦਾ ਹੈੱਡਕੁਆਟਰ ਹੈਗਾ ਜਨੇਵਾ ਦੇ ਵਿੱਚ ਤੇ ਇਹਦੇ ਹੈੱਡ ਹੈਗੇ ਨੇ ਟੈਡਰੋਸ ਐਡਹਾਨਮ, ਕਿਹਦੇ? ਵਰਲਡ ਹੈਲਥ ਆਰਗੇਨਾਈਜੇਸ਼ਨ ਦੇ। ਨੈਕਸਟ ਦੇਖੋ 9 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ CRPF ਵੈਲਰ ਡੇ। ਵੈਲਰ ਦਾ ਮਤਲਬ ਹੁੰਦਾ ਬਹਾਦਰੀ ਜਾਂ ਸਾਹਸ ਵਗੈਰਾ, ਉਹਨੂੰ ਆਪਾਂ ਕਹਿੰਦੇ ਵੈਲਰ। ਤੇ ਜਿਹੜਾ CRPF ਸੀ ਇਹਨਾਂ ਨੇ 1965 ਦੇ ਵਿੱਚ ਇੱਕ ਵਾਰ ਹੋਈ ਸੀ ਪਾਕਿਸਤਾਨ ਦੇ ਨਾਲ, ਉਹਦੇ ਵਿੱਚ CRPF ਨੇ ਪਾਕਿਸਤਾਨੀ ਆਰਮੀ ਨੂੰ ਪਿੱਛੇ ਧੱਕਤਾ ਸੀ ਤੇ ਬਹੁਤ ਬਹਾਦਰੀ ਨਾਲ ਇਹਨਾਂ ਨੇ ਲੜਾਈ ਕੀਤੀ ਸੀ ਤੇ ਉਹਦੇ ਲਈ ਆਪਾਂ CRPF ਦੇ ਵੈਲਰ ਡੇ ਨੂੰ ਮਨਾਉਂਦੇ ਹਾਂ 9 ਅਪ੍ਰੈਲ ਨੂੰ। ਠੀਕ ਹੈ ਜੀ। ਵੈਲਰ ਦਾ ਮਤਲਬ ਹੁੰਦਾ ਬਹਾਦਰੀ, ਸਾਹਸ, ਕਰੇਜ ਵਗੈਰਾ। ਤੇ ਵੈਸੇ CRPF ਸਾਡੀਆਂ ਜਿਹੜੀਆਂ ਨੇ ਪੈਰਾਮਿਲਟਰੀ ਫੋਰਸਿਸ ਨੇ, ਇਹ ਕੰਬੈਟ ਫੋਰਸਿਸ ਨਹੀਂ ਹੈਗੀਆਂ। 10 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਹੋਮਿਓਪੈਥੀ ਡੇ। ਇਹਦਾ ਥੀਮ ਕੀ ਸੀ? ਹੋਮਿਓਪੈਥੀ ਰੋਡ ਮੈਪ ਫॉर ਇੰਟੀਗ੍ਰੇਟਿਵ ਮੈਡੀਸਨ, ਇਹ ਯਾਦ ਰੱਖਣਾ। 12 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ ਫਲਾਈਟ। ਇਹ ਦਿਨ ਆਪਾਂ ਤਾਂ ਮਨਾਉਂਦੇ ਹਾਂ ਕਿਉਂਕਿ 12 ਅਪ੍ਰੈਲ 1961 ਨੂੰ 1961 ਦੇ ਵਿੱਚ ਦੁਨੀਆ ਦੇ ਪਹਿਲੇ ਪਰਸਨ ਜਿਹਨੂੰ ਆਪਾਂ ਕਹਿੰਦੇ ਯੂਰੀ ਗਾਗਰਿਨ, ਉਹ USSR ਦੇ ਸੀਗੇ ਉਸ ਟਾਈਮ ਤੇ ਉਹ ਪਹਿਲੀ ਵਾਰ ਸਪੇਸ ਦੇ ਵਿੱਚ ਗਏ ਸੀ 1961 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ 1961 ਦੇ ਵਿੱਚ ਪਹਿਲੀ ਵਾਰ ਸਪੇਸ ਦੇ ਵਿੱਚ ਗਏ ਸੀ ਕੌਣ? ਯੂਰੀ ਗਾਗਰਿਨ। ਤੇ 12 ਅਪ੍ਰੈਲ ਉਹਦੇ ਲਈ ਆਪਾਂ ਦਿਨ ਮਨਾਉਂਦੇ ਹਾਂ ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ ਫਲਾਈਟ। ਅਗਲਾ ਦੇਖੋ 13 ਅਪ੍ਰੈਲ। 13 ਅਪ੍ਰੈਲ ਨੂੰ ਆਪਾਂ ਦਿਨ ਮਨਾਉਂਦੇ ਹਾਂ ਜਲਿਆਂਵਾਲਾ ਬਾਗ ਮੈਸੈਕਰ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਹੱਤਿਆਕਾਂਡ ਹੋਇਆ ਸੀ। ਉਹਦੇ ਲਈ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਸੀ ਲੋਕ, ਉਹਨਾਂ ਨੂੰ ਯਾਦ ਕਰਨ ਲਈ ਆਪਾਂ ਦਿਨ ਮਨਾਉਂਦੇ ਹਾਂ ਜਲਿਆਂਵਾਲਾ ਬਾਗ ਮੈਸੈਕਰ ਜਾਂ ਜਲਿਆਂਵਾਲਾ ਬਾਗ ਹੱਤਿਆਕਾਂਡ ਦਿਵਸ। 13 ਅਪ੍ਰੈਲ ਨੂੰ ਆਪਾਂ ਇੱਕ ਹੋਰ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਟਰਬਨ ਡੇ। ਠੀਕ ਹੈ ਜੀ। ਇਹ ਆਪਾਂ 2004 ਤੋਂ ਮਨਾਉਣਾ ਸ਼ੁਰੂ ਕੀਤਾ ਸੀ ਕਿਉਂਕਿ ਟਰਬਨ ਇਹਦੇ ਵਿੱਚ ਇਹ ਹੈ ਕਿ ਜਿਹੜੀ ਟਰਬਨ ਆ ਉਹ ਜਿਹੜੇ ਵੀ ਜਿੰਨੇ ਸਿੱਖ ਰੀਜਨ ਦੇ ਲੋਕ ਨੇ ਉਹਨਾਂ ਲਈ ਇੰਪੋਰਟੈਂਟ ਆ, ਨੈਸੈਸਰੀ ਆ ਉਹਨਾਂ ਲਈ, ਉਹਦੇ ਵਾਸਤੇ ਅਵੇਅਰਨੈਸ ਫੈਲਾਉਣ ਲਈ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਟਰਬਨ ਡੇ। 13 ਅਪ੍ਰੈਲ ਨੂੰ ਇੱਕ ਹੋਰ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਸਿਆਚਿਨ ਡੇ। ਸਿਆਚਿਨ ਡੇ ਬੇਸਿਕਲੀ ਜਿਹੜਾ ਆਪਣਾ ਹਾਈਐਸਟ ਵਰਲਡ ਦਾ ਹਾਈਐਸਟ ਬੈਟਲ ਫੀਲਡ ਹੈ ਸਿਆਚਿਨ ਗਲੇਸ਼ੀਅਰ ਦੇ ਵਿੱਚ, ਜਿਹੜਾ ਸਿਆਚਿਨ ਵਾਲੀ ਜਗ੍ਹਾ। ਤੇ ਉੱਥੇ ਜਿਹੜੇ ਸਾਡੇ ਸੈਨਿਕ ਨੇ ਹਰ ਵੇਲੇ ਜਿਹੜੇ ਡਿਊਟੀ ਦਿੰਦੇ ਆ, ਡਿਊਟੀ ਤੇ ਤਾਇਨਾਤ ਰਹਿੰਦੇ ਆ, ਉਹਨਾਂ ਦੀ ਜਿਹੜੀ ਬਹਾਦਰੀ ਹੈ ਤੇ ਉਸ ਚੀਜ਼ ਨੂੰ ਸਲਾਮ ਕਰਨ ਲਈ, ਉਸ ਚੀਜ਼ ਨੂੰ ਉਹਨਾਂ ਦੇ ਯੋਗਦਾਨ ਨੂੰ ਸਰਾਹਣ ਦੇ ਲਈ ਆਪਾਂ ਇਹ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਸਿਆਚਿਨ ਡੇ। ਠੀਕ ਹੈ ਜੀ। ਨੈਕਸਟ ਦੇਖੋ ਅਗਲਾ ਹੈ 14 ਅਪ੍ਰੈਲ। 14 ਅਪ੍ਰੈਲ ਨੂੰ ਆਪਾਂ ਮਨਾਉਂਦੇ ਹਾਂ ਅੰਬੇਦਕਰ ਜਯੰਤੀ। ਇਸ ਦਿਨ ਜਿਹੜੇ ਹੈਗੇ ਸੀ ਆਪਣੇ ਕੌਂਸਟੀਟਿਊਸ਼ਨ ਦੇ ਫਾਦਰ ਜਿਹਨਾਂ ਨੂੰ ਆਪਾਂ ਮੰਨਦੇ ਹਾਂ ਡਾਕਟਰ BR ਅੰਬੇਦਕਰ, ਉਹਨਾਂ ਦਾ ਜਨਮ ਦਿਨ ਸੀ।
ਤਾਂ ਕਰਕੇ ਆਪਾਂ ਇਹ ਦਿਨ ਮਨਾਉਂਦੇ ਹਾਂ। ਉਹਨਾਂ ਦਾ ਜਨਮ ਹੋਇਆ ਸੀ 14 ਅਪ੍ਰੈਲ 1891 ਨੂੰ, ਤੇ ਇਕੁਐਲਿਟੀ ਡੇ, ਕਿਉਂਕਿ ਉਹਨਾਂ ਨੇ ਇਕੁਐਲਿਟੀ ਲਈ ਬਹੁਤ ਕੰਮ ਕੀਤਾ। 15 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਆਰਟ ਡੇ। ਦੁਨੀਆ ਭਰ ਵਿੱਚ ਜਿਹੜੀ ਆਰਟ ਪ੍ਰਮੋਟ ਕਰਨ ਵਾਸਤੇ, ਟੂ ਪ੍ਰਮੋਟ ਦਾ ਡਿਵੈਲਪਮੈਂਟ, ਡਿਫਿਊਜ਼ਨ ਐਂਡ ਇੰਜੋਇਮੈਂਟ ਆਫ ਆਰਟ, ਕਿ ਕਲਾ ਦਾ ਵਿਕਾਸ ਕਰਨ ਦੇ ਲਈ ਆਪਾਂ ਇਹ ਦਿਨ ਮਨਾਉਂਦੇ ਹਾਂ। 17 ਅਪ੍ਰੈਲ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਹੀਮੋਫੀਲੀਆ ਡੇ। ਇਹਦਾ ਥੀਮ ਕੀ ਸੀ? ਅਡੈਪਟਿੰਗ ਟੂ ਚੇਂਜ। ਕਈ ਵਾਰ ਐਵੇਂ ਦੇ ਡੇ ਪੁੱਛ ਲੈਂਦੇ ਆ। ਹੀਮੋਫੀਲੀਆ ਦਾ ਮਤਲਬ ਹੁੰਦਾ ਇੱਕ ਬਲੱਡ ਡਿਸਆਰਡਰ। ਹੀਮੋਫੀਲੀਆ ਇੱਕ ਬਿਮਾਰੀ ਜਿਹਦੇ ਵਿੱਚ ਬਲੱਡ ਡਿਸਆਰਡਰ ਹੁੰਦਾ। ਅਗਲਾ ਦਿਨ ਹੈ 18 ਅਪ੍ਰੈਲ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਹੈਰੀਟੇਜ ਡੇ। ਹੈਰੀਟੇਜ ਦਾ ਮਤਲਬ ਹੁੰਦਾ ਵਿਰਾਸਤ। ਇਹਦਾ ਥੀਮ ਕੀ ਸੀ? ਕੰਪਲੈਕਸ ਪਾਸਟਸ, ਡਾਈਵਰਸ ਫਿਊਚਰ। 19 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਲਿਵਰ ਡੇ। ਇੰਪੋਰਟੈਂਟ ਆ ਇਹ। ਇਹਦਾ ਥੀਮ ਕੀ ਸੀ? ਕੀਪ ਯੂਅਰ ਲਿਵਰ ਹੈਲਦੀ ਐਂਡ ਡਿਸੀਜ਼ ਫਰੀ, ਕਿ ਆਪਣਾ ਲਿਵਰਾਂ ਨੂੰ ਹੈਲਦੀ ਤੇ ਬਿਮਾਰੀਆਂ ਤੋਂ ਮੁਕਤ ਰੱਖੋ। 20 ਅਪ੍ਰੈਲ ਨੂੰ ਆਪਾਂ ਦਿਨ ਮਨਾਉਂਦੇ ਹਾਂ UN ਚਾਈਨੀਜ਼ ਲੈਂਗੁਏਜ ਡੇ। ਮੈਂ ਤੁਹਾਨੂੰ ਦੱਸਿਆ ਸੀ ਕਿ ਯੂਨਾਈਟਡ ਨੇਸ਼ਨ ਦੀਆਂ ਕਿੰਨੀਆਂ ਲੈਂਗੁਏਜਸ ਨੇ? 6 ਲੈਂਗੁਏਜਸ ਨੇ, ਤੇ ਉਹਨਾਂ ਦੇ ਵਿੱਚ ਇੱਕ ਲੈਂਗੁਏਜ ਚਾਈਨੀਜ਼ ਵੀ ਆ। ਤੇ ਚਾਈਨੀਜ਼ ਲੈਂਗੁਏਜ ਦਾ ਦਿਨ ਕਦੋਂ ਮਨਾਇਆ ਜਾਂਦਾ? 20 ਅਪ੍ਰੈਲ ਨੂੰ। 21 ਅਪ੍ਰੈਲ ਨੂੰ ਆਪਾਂ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਨੈਸ਼ਨਲ ਸਿਵਲ ਸਰਵਿਸਿਜ਼ ਡੇ। ਦਾ ਫਸਟ ਨੈਸ਼ਨਲ ਸਿਵਲ ਸਰਵਿਸ ਡੇਜ਼ ਵਾਸ ਅਬਜ਼ਰਵਡ ਇਨ 2006 ਦੇ ਵਿੱਚ ਪਹਿਲੀ ਵਾਰ ਮਨਾਇਆ ਗਿਆ ਸੀ। ਉਸ ਤੋਂ ਬਾਅਦ 22 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਵਰਲਡ ਅਰਥ ਡੇ। ਵੈਰੀ ਇੰਪੋਰਟੈਂਟ ਇਹ ਜਿਹੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦੇ ਨੇ। ਇਹਦਾ ਥੀਮ ਕੀ ਸੀ? ਫੋਕਸ ਔਨ ਨੈਚੁਰਲ ਪ੍ਰੋਸੈਸਿਸ ਐਂਡ emerging green technology that can restore the world's ecosystem। 23 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਇੰਗਲਿਸ਼ ਲੈਂਗੁਏਜ ਡੇ। ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਿਆ ਸੀ ਇੱਕ ਦਿਨ, ਇਹ ਵੀ ਇੰਗਲਿਸ਼ ਲੈਂਗੁਏਜ, ਕਿਉਂਕਿ ਯੂਨਾਈਟਡ ਨੇਸ਼ਨ ਦੀ ਇੱਕ ਲੈਂਗੁਏਜ ਜਿਹੜੀ ਇੰਗਲਿਸ਼ ਵੀ ਆ, ਤੇ ਉਹਦੇ ਲਈ ਆਪਾਂ ਡੇ ਸੈਲੀਬ੍ਰੇਟ ਕਰਦੇ ਹਾਂ। 24 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਵੈਟਰਨਰੀ ਡੇ। ਤੇ ਇਹਦਾ ਥੀਮ ਕੀ ਸੀ ਇਸ ਵਾਰੀ? ਵੈਟਰਨਰੀਅਨ ਰਿਸਪੌਂਸ ਟੂ COVID-19 ਕ੍ਰਾਈਸਿਸ। ਉਸ ਤੋਂ ਬਾਅਦ ਆਪਾਂ ਇੱਕ ਦਿਨ ਮਨਾਉਂਦੇ ਹਾਂ 24 ਅਪ੍ਰੈਲ ਨੂੰ ਜਿਹਨੂੰ ਆਪਾਂ ਕਹਿੰਦੇ ਹਾਂ ਨੈਸ਼ਨਲ ਪੰਚਾਇਤੀ ਰਾਜ ਡੇ। ਇਹ ਵੀ ਇੰਪੋਰਟੈਂਟ ਆ ਕਿਉਂਕਿ ਇਸ ਦਿਨ ਪੰਚਾਇਤੀ ਰਾਜ ਦੀ ਜਿਹੜੀ ਸਥਾਪਨਾ ਹੋਈ ਸੀ। ਇਸ ਦਿਨ ਇੱਕ ਅਮੈਂਡਮੈਂਟ ਹੋਈ ਸੀ ਜਿਹਨੂੰ ਆਪਾਂ ਕਹਿੰਦੇ ਹਾਂ 73rd ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ। ਇਹ 73rd ਅਮੈਂਡਮੈਂਟ ਸੀ ਕਨਸਟੀਟਿਊਸ਼ਨ ਦੀ, ਜਿਹਦੇ ਵਿੱਚ ਕੀ ਹੋਇਆ ਸੀ? ਇਹ 1992 ਦੇ ਵਿੱਚ ਹੋਈ ਸੀ ਕਿ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਸੀ। ਕਈ ਵਾਰੀ ਐਗਜ਼ਾਮ 'ਚ ਕੁਐਸਚਨ ਪੁੱਛ ਲੈਂਦਾ ਕਿ ਕਿਹੜਾ ਸਟੇਟ ਸੀ ਜਿਨ੍ਹਾਂ ਨੇ ਪੰਚਾਇਤੀ ਰਾਜ ਲਾਗੂ ਕੀਤਾ? ਉਹ ਸੀ ਰਾਜਸਥਾਨ। ਰਾਜਸਥਾਨ ਦਾ ਇੱਕ ਜ਼ਿਲ੍ਹਾ ਸੀ ਨਗੌਰ, ਜਿਹਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਜਿਹੜਾ ਹੈਗਾ ਉਹ ਲਾਗੂ ਕੀਤਾ ਗਿਆ ਸੀ। ਅਗਲਾ ਹੈ ਆਪਣੇ ਕੋਲ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਆਪਾਂ ਇੱਕ ਹਫ਼ਤਾ ਬਣਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਾਸਟ ਵੀਕ ਆਫ ਅਪ੍ਰੈਲ। ਕਾਹਦੇ ਲਈ ਮਨਾਇਆ ਜਾਂਦਾ? ਵਰਲਡ ਇਮਿਊਨਾਈਜੇਸ਼ਨ ਵੀਕ। ਇਮਿਊਨਾਈਜੇਸ਼ਨ ਦਾ ਮਤਲਬ ਹੁੰਦਾ ਕੋਈ ਟੀਕਾਕਰਨ ਵਗੈਰਾ, ਵੈਕਸੀਨ। ਇਹਦਾ ਇਸ ਵਾਰ ਥੀਮ ਕੀ ਸੀ? ਵੈਕਸੀਨਸ ਬ੍ਰਿੰਗ ਅਸ ਕਲੋਜ਼ਰ। ਜਿਸ ਤਰ੍ਹਾਂ ਹੁਣ ਆਪਾਂ ਨੂੰ ਪਤਾ ਕਿ COVID-19 ਕਰਕੇ ਜਿਹੜੀਆਂ ਵੈਕਸੀਨ ਨੇ ਉਹ ਜ਼ਰੂਰੀ ਹੋ ਗਈਆਂ, ਉਹਦੇ ਲਈ ਇਸ ਤਰ੍ਹਾਂ ਦਾ ਇਹਦਾ ਥੀਮ ਹੈ, ਯਾਦ ਰੱਖ ਲਿਓ। 25 ਅਪ੍ਰੈਲ ਨੂੰ ਆਪਾਂ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਮਲੇਰੀਆ ਡੇ। ਥੀਮ ਕਿਸੇ ਦਾ ਇਸ ਵਾਰੀ? ਰੀਚਿੰਗ ਦਾ ਜ਼ੀਰੋ ਮਲੇਰੀਆ ਟਾਰਗੇਟ। ਇੰਪੋਰਟੈਂਟ ਆ, ਯਾਦ ਰੱਖਿਓ। ਜਿਹੜਾ ਮਲੇਰੀਆ ਇੱਕ ਪੈਰਾਸਾਈਟ ਕਰਕੇ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਪਲਾਜ਼ਮੋਡੀਅਮ, ਤੇ ਪਲਾਜ਼ਮੋਡੀਅਮ ਨੂੰ ਕੈਰੀ ਕੌਣ ਕਰਦਾ? ਇੱਕ ਮੱਛਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਫੀਮੇਲ ਐਨੋਫਿਲੀਜ਼। ਇੰਪੋਰਟੈਂਟ ਹੈ ਫੀਮੇਲ ਐਨੋਫਿਲੀਜ਼, ਨਾਮ ਯਾਦ ਰੱਖਣਾ, ਐਗਜ਼ਾਮ 'ਚ ਕਈ ਵਾਰੀ ਪੁੱਛਿਆ ਗਿਆ। ਤੇ ਹੁਣੇ ਇੱਕ ਕੰਟਰੀ ਫ੍ਰੀ ਹੋਇਆ ਮਲੇਰੀਆ ਤੋਂ, ਤੁਸੀਂ ਉਹਦਾ ਮੈਨੂੰ ਨਾਮ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ, ਕਿਹੜਾ ਫੇਮਸ ਕੰਟਰੀ ਆ ਬਹੁਤ, ਹੁਣੇ ਰੀਸੈਂਟਲੀ ਉਹ ਮਲੇਰੀਆ ਤੋਂ ਫ੍ਰੀ ਹੋਇਆ। 26 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਇੰਟੈਲੈਕਚੁਅਲ ਪ੍ਰਾਪਰਟੀ ਡੇ। ਇਹਦਾ ਥੀਮ ਕੀ ਸੀ? IP ਐਂਡ SMEs ਟੇਕਿੰਗ ਯੂਅਰ ਆਈਡੀਆਜ਼ ਟੂ ਮਾਰਕੀਟ। ਬੇਸਿਕਲੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦਾ ਕੀ ਮਤਲਬ ਹੁੰਦਾ, ਜਾਂ ਇੰਟੈਲੈਕਚੁਅਲ ਪ੍ਰਾਪਰਟੀ ਦਾ ਕੀ ਮਤਲਬ ਹੁੰਦਾ? ਇੰਟੈਲੈਕਚੁਅਲ ਪ੍ਰਾਪਰਟੀ ਦਾ ਮਤਲਬ ਹੁੰਦਾ ਕਿ ਜਿਹੜੀ ਤੁਹਾਡੀ ਖੁਦ ਦੀ ਪ੍ਰਾਪਰਟੀ ਆ, ਜਾਂ ਤੁਸੀਂ ਸਪੋਜ਼ ਕਰੋ ਕੋਈ ਬੁੱਕ ਲਿਖਦੇ ਹੋ, ਉਹ ਤੁਹਾਡੀ ਖੁਦ ਦੀ ਪ੍ਰਾਪਰਟੀ ਆ, ਤੁਹਾਡੇ ਦਿਮਾਗ ਦੀ ਉਪਜ ਹੈ। ਜਾਂ ਤੁਸੀਂ ਕੋਈ ਹੋਰ ਪੇਟੈਂਟ ਕਰਵਾਉਂਦੇ ਹੋ, ਕੋਈ ਮਸ਼ੀਨਰੀ ਬਣਾਉਂਦੇ ਹੋ, ਉਹ ਸਾਰੀ ਕੀ ਤੁਹਾਡੇ ਦਿਮਾਗ ਦੀ ਉਪਜ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਇੰਟੈਲੈਕਚੁਅਲ ਪ੍ਰਾਪਰਟੀ। ਤਾਂ ਇੰਟੈਲੈਕਚੁਅਲ ਪ੍ਰਾਪਰਟੀ ਨੂੰ ਕੰਜ਼ਰਵ ਕਰਨ ਵਾਸਤੇ ਇਹ ਦਿਨ ਮਨਾਇਆ ਜਾਂਦਾ ਤਾਂ ਕਿ ਜਿਹੜੇ ਕਾਪੀਰਾਈਟਸ ਵਗੈਰਾ ਨੇ ਉਹਨਾਂ ਤੋਂ, ਜਿਹੜੇ ਥੈਫਟ ਹੁੰਦੇ ਆ ਕਾਪੀਰਾਈਟ ਦੇ, ਉਹਨਾਂ ਤੋਂ ਬਚਿਆ ਜਾ ਸਕੇ, ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਈ ਜਾ ਸਕੇ। 28 ਅਪ੍ਰੈਲ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਆ ਵਰਲਡ ਡੇ ਫॉर ਸੇਫਟੀ ਐਂਡ ਹੈਲਥ ਐਟ ਵਰਕ। ਥੀਮ ਕੀ ਸੀ ਦਾ? ਇਹਦਾ ਥੀਮ ਸੀ ਐਂਟੀਸਪੇਟ, ਪ੍ਰਪੇਅਰ ਐਂਡ ਰਿਸਪੌਂਡ ਟੂ ਕ੍ਰਾਈਸਿਸ, ਇਨਵੈਸਟ ਨਾਓ ਇਨ ਰਿਜ਼ੀਲੀਐਂਟ ਆਕਿਊਪੇਸ਼ਨਲ ਸੇਫਟੀ ਐਂਡ ਹੈਲਥ ਸਿਸਟਮ। ਇਹਦੇ ਵਿੱਚ ਕੀ ਹੁੰਦਾ ਬੇਸਿਕਲੀ ਕਿ ਜਿਹੜੇ ਲੋਕ ਵਰਕ ਪਲੇਸ ਦੇ ਉੱਪਰ, ਜਿਸ ਤਰ੍ਹਾਂ ਕੋਈ ਫੈਕਟਰੀ ਦੇ ਵਿੱਚ ਬੰਦਾ ਕੰਮ ਕਰਦਾ, ਉਹਨਾਂ ਦੀ ਸੇਫਟੀ ਵਾਸਤੇ ਇੰਪੋਰਟੈਂਟ ਹੈ ਕਿ ਉਹਨਾਂ ਦੀ ਸੇਫਟੀ ਉੱਪਰ ਧਿਆਨ ਦਿੱਤਾ ਜਾਵੇ। ਉਹਦੇ ਲਈ ਆਪਾਂ ਇਹ ਦਿਨ ਮਨਾਉਂਦੇ ਹਾਂ, ਜਿੰਨੇ ਵੀ ਲੋਕ ਵਰਕ ਪਲੇਸ ਦੇ ਉੱਪਰ ਹੈਜ਼ਰਡਸ ਪਲੇਸ ਦੇ ਉੱਪਰ ਕੰਮ ਕਰਦੇ ਆ ਉਹਨਾਂ ਵਾਸਤੇ। ਹੁਣ ਆਪਾਂ ਡਿਸਕਸ ਕਰਾਂਗੇ ਮਈ 2021 ਦੇ ਇੰਪੋਰਟੈਂਟ ਡੇਜ਼। 1 ਮਈ ਨੂੰ ਆਪਾਂ ਮਨਾਉਂਦੇ ਹਾਂ ਇੰਟਰਨੈਸ਼ਨਲ ਲੇਬਰ ਡੇ, ਤੇ ਜਾਂ ਕਿ ਇਹਦਾ ਇੰਟਰਨੈਸ਼ਨਲ ਵਰਕਰਸ ਡੇ। ਇਹ ਵੀ ਇਹਨੂੰ ਆਪਾਂ ਕਹਿੰਦੇ ਹਾਂ ਮਜ਼ਦੂਰ ਦਿਵਸ ਕਹਿੰਦੇ ਜਿਹਨੂੰ ਆਪਾਂ। 1 ਮਈ ਨੂੰ ਮਨਾਇਆ ਜਾਂਦਾ, ਇਹ ਤੁਸੀਂ ਯਾਦ ਰੱਖਣਾ। ਇੰਡੀਆ ਦੇ ਵਿੱਚ ਪਹਿਲੀ ਵਾਰ ਇਸ ਚੀਜ਼ ਦੀ ਮੰਗ ਕੀਤੀ ਗਈ ਸੀ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੁਆਰਾ, ਤੇ ਬਾਕੀ ਦੁਨੀਆ ਭਰ ਵਿੱਚ ਵੀ ਇਹਦੀ ਮੰਗ ਉੱਠੀ। ਫਿਰ ਹੌਲੀ ਹੌਲੀ 1 ਮਈ ਨੂੰ ਇਹ ਮਨਾਉਣਾ ਸ਼ੁਰੂ ਕਰਤਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਲੇਬਰ ਡੇ। 1 ਮਈ ਨੂੰ ਆਪਾਂ ਇੱਕ ਹੋਰ ਦਿਵਸ ਮਨਾਉਣਾ ਜਿਹਨੂੰ ਆਪਾਂ ਕਹਿੰਦੇ ਹਾਂ ਮਹਾਰਾਸ਼ਟਰ ਡੇ ਔਰ ਗੁਜਰਾਤ ਡੇ। ਇਸ ਦਿਨ ਮਹਾਰਾਸ਼ਟਰ ਅਤੇ ਗੁਜਰਾਤ ਦੋਨੋਂ ਬਣੇ ਸੀਗੇ, ਦੋਨੋਂ ਸਟੇਟ ਇਸ ਦਿਨ ਹੋਂਦ 'ਚ ਆਏ ਸੀ, ਤੇ 1960 ਦੇ ਵਿੱਚ ਹੋਂਦ 'ਚ ਆਏ ਸੀ, ਇਹ ਵੀ ਯਾਦ ਰੱਖਣਾ। 3 ਮਈ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਪ੍ਰੈਸ ਫਰੀਡਮ ਡੇ, ਕਿ ਜਿਹੜੀ ਪ੍ਰੈਸ ਆ ਉਹ ਆਜ਼ਾਦ ਹੋਣੀ ਚਾਹੀਦੀ ਆ। ਤੇ ਇਹਦਾ ਇਸ ਵਾਰ ਥੀਮ ਕੀ ਸੀ? ਇਨਫੋਰਮੇਸ਼ਨ ਐਜ਼ ਅ ਪਬਲਿਕ ਗੁੱਡ। 4 ਮਈ ਨੂੰ ਦਿਨ ਮਨਾਉਂਦੇ ਹਾਂ ਕੋਲ ਮਾਈਨਰਸ ਡੇ। ਜਿਹੜੇ ਲੋਕ ਕੋਲ ਮਾਈਨ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਵਰਕ ਨੂੰ ਐਪਰੀਸ਼ੀਏਟ ਕਰਨ ਦੇ ਲਈ, ਕਿਉਂਕਿ ਕੋਲ ਮਾਈਨਿੰਗ ਦੇ ਵਿੱਚ ਕੰਮ ਕਰਨਾ ਬਹੁਤ ਹੀ ਖਤਰਨਾਕ ਹੁੰਦਾ, ਬੜਾ ਹੈਜ਼ਰਡਸ ਪਲੇਸ ਹੁੰਦਾ ਉਹ।
4 ਮਈ ਨੂੰ ਆਪਾਂ ਦਿਨ ਮਨਾਉਂਦੇ ਹਾਂ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ। ਫਾਇਰ ਫਾਈਟਰ ਜਿਹੜੇ ਲੋਕ ਅੱਗ ਬੁਝਾਉਣ ਦੇ ਲਈ ਕੰਮ ਕਰਦੇ ਆ, ਉਹਨਾਂ ਦੇ ਜਿਹੜੇ ਹੈਗੇ ਕੰਟਰੀਬਿਊਸ਼ਨ ਆ ਉਹਨੂੰ ਪ੍ਰੇਜ਼ ਕਰਨ ਦੇ ਲਈ। 4 ਮਈ ਨੂੰ ਇੱਕ ਹੋਰ ਦਿਨ ਮਨਾਇਆ ਜਾਂਦਾ, ਇਸ ਵਾਰੀ ਫਸਟ ਟਿਊਜ਼ਡੇ ਆਫ ਮਈ ਜਿਹੜਾ ਮਨਾਇਆ ਗਿਆ ਦਿਨ, ਇਹਨੂੰ ਆਪਾਂ ਕਹਿੰਦੇ ਹਾਂ ਵਰਲਡ ਅਸਥਮਾ ਡੇ। ਅਸਥਮਾ ਇੱਕ ਡਿਸਆਰਡਰ ਹੈ, ਇੱਕ ਬਰੀਥਿੰਗ ਡਿਸਆਰਡਰ ਹੈ, ਸਾਹ ਦੀ ਬਿਮਾਰੀ ਹੈ। ਇਹਦਾ ਇਸ ਵਾਰੀ ਥੀਮ ਕੀ ਸੀ? ਅਨਕਵਰਿੰਗ ਅਸਥਮਾ ਮਿਸਕਨਸੈਪਸ਼ਨਸ, ਇਹ ਵੀ ਯਾਦ ਰੱਖਣਾ। 5 ਮਈ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਐਥਲੈਟਿਕਸ ਡੇ। ਨੈਕਸਟ ਦੇਖੋ 8 ਮਈ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਰੈੱਡ ਕ੍ਰਾਸ ਡੇ ਔਰ ਰੈੱਡ ਕ੍ਰੈਸੈਂਟ ਡੇ। ਇਹਦਾ ਥੀਮ ਕੀ ਸੀ? ਟੂਗੈਦਰ ਵੀ ਆਰ ਅਨਸਟੋਪੇਬਲ। 8 ਮਈ ਨੂੰ ਆਪਾਂ ਇਹ ਤਾਂ ਮਨਾਉਂਦੇ ਹਾਂ ਕਿਉਂਕਿ 8 ਮਈ ਨੂੰ ਇੱਕ ਪਰਸਨ ਦਾ ਜਨਮ ਹੋਇਆ ਸੀ ਜਿਹਦਾ ਨਾਮ ਸੀ ਹੈਨਰੀ ਡਿਊਨੈਂਟ। ਹੈਨਰੀ ਡਿਊਨੈਂਟ ਨੇ ਰੈੱਡ ਕ੍ਰਾਸ ਦੀ ਸਥਾਪਨਾ ਕੀਤੀ ਸੀ ਅਤੇ ਉਹਨਾਂ ਦਾ ਜਨਮ ਹੋਇਆ ਸੀ 1828 ਦੇ ਵਿੱਚ। ਰੈੱਡ ਕ੍ਰਾਸ ਨੂੰ ਸਮਰਪਿਤ ਉਸ ਪਰਸਨ ਜਿਹੜੇ ਪਰਸਨ ਦੀ ਸਥਾਪਨਾ ਕੀਤੀ ਸੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਆਪਾਂ ਇਹ ਦਿਨ ਮਨਾਉਂਦੇ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਰੈੱਡ ਕ੍ਰਾਸ ਡੇ। 8 ਮਈ ਨੂੰ ਜਾਂ ਸੈਕਿੰਡ ਸੈਟਰਡੇ ਨੂੰ, ਇਸ ਵਾਰੀ ਸੈਕਿੰਡ ਸੈਟਰਡੇ ਆਫ ਮਈ ਜਿਹੜਾ 8 ਨੂੰ ਪੈਂਦਾ ਸੀ, 8 ਮਈ ਨੂੰ ਪੈਂਦਾ ਸੀ, ਉਹਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਮਾਈਗ੍ਰੇਟਰੀ ਬਰਡ ਡੇ every year. The world migratory is the celebrated on the second Saturday of the May and October. ठीक है, तो थीम की इस बारी थीम सीधा सिंग फ्लाई सोअर लाइक अ बर्ड। 8 मई ਨੂੰ ਇੱਕ ਹੋਰ ਦਿਵਸ ਮਨਾਉਣਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਥੈਲੇਸੀਮੀਆ ਡੇ। ਵਰਲਡ ਥੈਲੇਸੀਮੀਆ ਡੇ ਆਪਾਂ ਕਿਉਂ ਮਨਾਉਂਦੇ ਹਾਂ? ਕਿਉਂਕਿ ਜਿਹੜਾ ਥੈਲੇਸੀਮੀਆ ਇੱਕ ਬਿਮਾਰੀ ਹੁੰਦੀ ਹੈ, ਬਲੱਡ ਡਿਸਆਰਡਰ, ਇਹਦੇ ਲਈ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਣ ਲਈ ਆਪਾਂ ਇਹ ਦਿਨ ਮਨਾਉਂਦੇ ਹਾਂ। ਇਹਦਾ ਥੀਮ ਕੀ ਸੀ? ਐਡਰੈਸਿੰਗ ਹੈਲਥ ਇਨਇਕੁਐਲਿਟੀਜ਼ ਅਕਰੋਸ ਦਾ ਗਲੋਬਲ ਥੈਲੇਸੀਮੀਆ ਕਮਿਊਨਿਟੀ। 9 ਮਈ ਨੂੰ ਇੱਕ ਦਿਨ ਮਨਾਉਣਾ ਜਿਹਨੂੰ ਆਪਾਂ ਕਹਿੰਦੇ ਹਾਂ, ਇਸ ਵਾਰ 9 ਮਈ ਨੂੰ ਸੀ, ਇਹਨੂੰ ਆਪਾਂ ਕਹਿੰਦੇ ਹਾਂ ਮਦਰਸ ਡੇ। 11 ਮਈ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੈਸ਼ਨਲ ਟੈਕਨੋਲੋਜੀ ਡੇ। ਇਹਦਾ ਥੀਮ ਕਿਸ ਵਾਰੀ? ਸਾਇੰਸ ਐਂਡ ਟੈਕਨੋਲੋਜੀ ਫॉर ਅ ਸਸਟੇਨੇਬਲ ਫਿਊਚਰ। ਇਹਦੇ ਪਿੱਛੇ ਇਹ ਹੈ ਕਿ ਆਪਾਂ ਜਿਹੜਾ 11 ਮਈ ਨੂੰ ਤਾਂ ਮਨਾਉਂਦੇ ਹਾਂ ਕਿਉਂਕਿ 11 ਮਈ ਨੂੰ ਆਪਾਂ ਨੇ ਇੱਕ ਦਿਨ ਨਿਊਕਲੀਅਰ ਟੈਸਟ ਕੀਤਾ ਸੀ, ਨਿਊਕਲੀਅਰ ਬੰਬ ਦਾ ਟੈਸਟ ਕੀਤਾ ਸੀ ਪੋਖਰਨ ਦੇ ਵਿੱਚ। ਪੋਖਰਨ ਹੈਗਾ ਰਾਜਸਥਾਨ ਦੇ ਵਿੱਚ, ਉੱਥੇ ਆਪਾਂ ਨਿਊਕਲੀਅਰ ਟੈਸਟ ਕੀਤਾ ਸੀ 11 ਮਈ 1998 ਨੂੰ। ਆਪਰੇਸ਼ਨ ਸ਼ਕਤੀ ਦਾ ਨਾਮ ਸੀ, ਇਹ ਵੀ ਤੁਸੀਂ ਯਾਦ ਰੱਖਣਾ। 12 ਮਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਨਰਸਿਸ ਡੇ। ਇਹਦਾ ਥੀਮ ਕੀ ਸੀ? ਅ ਵੌਇਸ ਟੂ ਲੀਡ ਅ ਵਿਜ਼ਨ ਫॉर ਫਿਊਚਰ ਹੈਲਥ ਕੇਅਰ। ਅਗਲਾ ਦੇਖੋ 15 ਮਈ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਡੇ ਫॉर ਫੈਮਿਲੀ। ਇਹਦਾ ਥੀਮ ਕੀ ਸੀ? ਫੈਮਿਲੀਜ਼ ਐਂਡ ਨਿਊ ਟੈਕਨੋਲੋਜੀ, ਇਹ ਵੀ ਯਾਦ ਰੱਖਣਾ। 16 ਮਈ ਨੂੰ ਆਪਾਂ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ। ਤੇ ਇੱਕ 16 ਮਈ ਨੂੰ ਹੋਰ ਵੀ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਡੇ ਆਫ ਲਾਈਟ। ਇਹਨਾਂ ਇੰਪੋਰਟੈਂਟ ਨਹੀਂ ਹੈਗਾ, ਵੈਸੇ ਛੱਡ ਸਕਦੇ ਹੋ। 16 ਮਈ ਨੂੰ ਇੱਕ ਹੋਰ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੈਸ਼ਨਲ ਡੇਂਗੂ ਡੇ। ਠੀਕ ਹੈ ਜੀ, ਡੇਂਗੂ ਇੱਕ ਵਾਇਰਲ ਇਨਫੈਕਸ਼ਨ ਆ ਜਿਹੜੀ ਈਡੀਜ਼ ਇਜਿਪਟੀ ਨਾਮ ਦੇ ਮੱਛਰ ਤੋਂ ਹੁੰਦੀ ਹੈ, ਜਿਹੜੀ ਕੈਰੀ ਕਰਦੇ ਇਹਨੂੰ ਵਾਇਰਸ ਨੂੰ। 17 ਮਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਵਰਲਡ ਟੈਲੀਕਮਿਊਨੀਕੇਸ਼ਨ ਡੇ। ਇਹਦਾ ਥੀਮ ਕੀ ਸੀ ਇਸ ਵਾਰੀ? ਐਕਸਲਰੇਟਿੰਗ ਡਿਜੀਟਲ ਟਰਾਂਸਫੋਰਮੇਸ਼ਨ ਇਨ ਚੈਲੰਜਿੰਗ ਟਾਈਮਸ। 17 ਤੋਂ 23 ਮਈ ਤੱਕ ਆਪਾਂ ਇੱਕ ਹਫ਼ਤਾ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਰੋਡ ਸੇਫਟੀ ਵੀਕ। ਥੀਮ ਇਹਦਾ ਸੀ ਸਟਰੀਟਸ ਫॉर ਲਾਈਫ। 18 ਮਈ ਨੂੰ ਇੱਕ ਹੋਰ ਦਿਵਸ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਮਿਊਜ਼ੀਅਮ ਡੇ। ਇਹਦਾ ਥੀਮ ਕੀ ਸੀ? ਦਾ ਫਿਊਚਰ ਆਫ ਮਿਊਜ਼ੀਅਮ, ਦਾ ਫਿਊਚਰ ਆਫ ਮਿਊਜ਼ੀਅਮਸ ਰਿਕਵਰ ਐਂਡ ਰੀਇਮੈਜਨ। 18 ਮਈ ਨੂੰ ਮਨਾਇਆ ਜਾਂਦਾ ਵਰਲਡ ਏਡਜ਼ ਵੈਕਸੀਨ ਡੇ ਔਰ HIV ਵੈਕਸੀਨ ਅਵੇਅਰਨੈਸ ਡੇ। ਜਿਹੜਾ HIV ਹੈ ਜਾਂ ਏਡਜ਼ ਹੈ, ਏਡਜ਼ ਇੱਕ ਵਾਇਰਸ ਤੋਂ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ HIV ਵਾਇਰਸ। 20 ਮਈ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਬੀ ਡੇ। ਇਹਦਾ ਥੀਮ ਕੀ ਸੀ? ਬੀ ਐਨਗੇਜਡ ਬਿਲਡ ਬੈਕ ਬੈਟਰ ਫॉर ਬੀਜ਼। ਬੀਜ਼ ਸਾਡੇ ਇਕੋਸਿਸਟਮ ਵਾਸਤੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ, ਹੈਲਦੀ ਇਕੋਸਿਸਟਮ ਵਾਸਤੇ। 20 ਮਈ ਨੂੰ ਆਪਾਂ ਇੱਕ ਹੋਰ ਦਿਨ ਮਨਾਉਣਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਮੀਟਰੋਲੋਜੀਕਲ ਡੇ। ਮੀਟਰੋਲੋਜੀਕਲੀ ਬੇਸਿਕਲੀ ਮੌਸਮ ਨਾਲ ਸੰਬੰਧਿਤ ਹੁੰਦਾ, ਜਿਹੜੇ ਮੀਟਰੋਲੋਜੀਕਲ ਡਿਪਾਰਟਮੈਂਟ ਹੁੰਦੀ ਆ ਉਹ ਮੌਸਮ ਦੀ ਆਪਾਂ ਨੂੰ ਜਾਣਕਾਰੀ ਦਿੰਦੀ ਆ, ਉਹਦੇ ਨਾਲ ਸੰਬੰਧਿਤ ਇਹ ਦਿਨ ਮਨਾਇਆ ਜਾਂਦਾ। ਇਹਦਾ ਥੀਮ ਕੀ ਸੀ ਇਸ ਵਾਰੀ? ਮੈਜ਼ਰਮੈਂਟ ਫॉर ਹੈਲਥ। 21 ਮਈ ਨੂੰ ਆਪਾਂ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਐਂਟੀ ਟੈਰਰਿਜ਼ਮ ਡੇ। ਇਸ ਦਿਨ ਬੇਸਿਕਲੀ ਕੀ ਹੋਇਆ ਸੀਗਾ 1991 ਦੇ ਵਿੱਚ, ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ ਜਿਹਦਾ ਨਾਮ ਸੀ ਰਾਜੀਵ ਗਾਂਧੀ, ਉਹਨਾਂ ਦੀ ਹੱਤਿਆ ਹੋ ਗਈ ਸੀ ਲਿਟੇ ਫੋਰਸ ਦੁਆਰਾ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। 21 ਮਈ ਨੂੰ ਆਪਾਂ ਕਿਤੇ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਟੀ ਡੇ। 25 ਮਈ ਨੂੰ ਆਪਾਂ ਮਨਾਉਂਦੇ ਵਰਲਡ ਥਾਇਰਾਇਡ ਡੇ। 25 ਮਈ ਨੂੰ ਇੱਕ ਹੋਰ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਮਿਸਿੰਗ ਚਿਲਡਰਨਸ ਡੇ। 28 ਮਈ ਨੂੰ ਮਨਾਉਂਦੇ ਵਰਲਡ ਹੰਗਰ ਡੇ। ਇਹਦਾ ਥੀਮ ਕੀ ਸੀ ਇਸ ਵਾਰੀ? ਐਕਸੈਸ ਐਂਡਸ ਹੰਗਰ। 28 ਮਈ ਨੂੰ ਆਪਾਂ ਇੱਕ ਹੋਰ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਡੇ ਆਫ ਐਕਸ਼ਨ ਫॉर ਵਿਮਨਸ ਹੈਲਥ। ਵਿਮਨ ਹੈਲਥ ਵਾਸਤੇ ਡੇ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਵਿਮਨਸ ਹੈਲਥ ਡੇ, ਇਹ ਵੀ ਇੰਪੋਰਟੈਂਟ ਹੈ। 29 ਮਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਡੇ ਆਫ ਯੂਨਾਈਟਿਡ ਨੇਸ਼ਨ ਪੀਸ ਕੀਪਰਸ। ਜਿਹੜੇ ਯੂਨਾਈਟਿਡ ਨੇਸ਼ਨ ਦੇ ਪੀਸ ਕੀਪਰ ਨੇ, ਜਿਹੜੇ ਇਹਨਾਂ ਦੇ ਸੈਨਿਕ ਨੇ, ਰਾਜ ਸ਼ਾਂਤੀ ਦੂਤ ਨੇ, ਜਿਹੜੇ ਅਲੱਗ-ਅਲੱਗ ਕੰਟਰੀ ਦੇ ਵਿੱਚ ਜਾਂਦੇ ਆ ਤੇ ਸ਼ਾਂਤੀ ਸਥਾਪਿਤ ਕਰਦੇ ਆ, ਉਹਨਾਂ ਲਈ ਆਪਾਂ ਇਹ ਦਿਨ ਮਨਾਉਂਦੇ ਆ। ਇਹਦਾ ਥੀਮ ਕੀ ਸੀ? ਦਾ ਰੋਡ ਟੂ ਅ ਲਾਸਟਿੰਗ ਪੀਸ ਲੈਵਰੇਜਿੰਗ ਦਾ ਪਾਵਰ ਆਫ ਯੂਥ ਫॉर ਪੀਸ ਐਂਡ ਸਿਕਿਉਰਿਟੀ। 29 ਮਈ ਨੂੰ ਆਪਾਂ ਦਿਨ ਮਨਾਉਂਦੇ ਆ ਇੰਟਰਨੈਸ਼ਨਲ ਮਾਊਂਟ ਐਵਰੈਸਟ ਡੇ। ਇਸ ਦਿਨ ਦੋ ਪਰਸਨ ਸੀ, ਨੇਪਾਲ ਦੇ ਇੱਕ ਪਰਸਨ ਸੀ ਟੈਂਜਿੰਗ ਨੋਰਗੇ ਤੇ ਨਿਊਜ਼ੀਲੈਂਡ ਦਾ ਇੱਕ ਪਰਸਨ ਸੀ ਜਿਹਦਾ ਨਾਮ ਸੀ ਐਡਮੁੰਡ ਹਲੇਰੀ। ਇਹਨਾਂ ਨੇ ਪਹਿਲੀ ਵਾਰ ਮਾਊਂਟ ਐਵਰੈਸਟ ਦੇ ਉੱਪਰ ਚੜ੍ਹੇ ਸੀ, ਇਹਨਾਂ ਨੇ ਉਹਨੂੰ ਸਰ ਕੀਤਾ ਸੀ 1953 ਦੇ ਵਿੱਚ, ਤਾਂ ਕਰਕੇ ਆਪਾਂ ਇਹ ਦਿਨ ਮਨਾਉਂਦੇ ਹਾਂ। ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਰੀਸੈਂਟਲੀ ਨੇਪਾਲ ਤੇ ਚਾਈਨਾ ਨੇ ਮਿਲ ਕੇ ਦੋਹਾਂ ਨੇ ਮਾਊਂਟ ਐਵਰੈਸਟ ਦੀ ਜਿਹੜੀ ਲੰਬਾਈ ਉਹ ਮਾਪੀ ਸੀ, ਉਹ ਲਗਭਗ 0.86 ਸੈਂਟੀਮੀਟਰ ਜਿਹੜੀ ਉਹ ਵੱਧ ਚੁੱਕੀ ਹੈ ਪਹਿਲਾਂ ਨਾਲੋਂ, ਇਹ ਤੁਸੀਂ ਯਾਦ ਰੱਖਣਾ। 31 ਮਈ ਨੂੰ ਆਪਾਂ ਦਿਨ ਮਨਾਉਂਦੇ ਹਾਂ ਵਰਲਡ ਨੋ ਤੰਬਾਕੂ ਡੇ। ਇਹਦਾ ਕੀ ਸੀ ਥੀਮ ਇਸ ਵਾਰੀ? ਕਮਿਟ ਟੂ ਕੁਇਟ। ਇੰਪੋਰਟੈਂਟ ਹੈ, ਇਹ ਯਾਦ ਰੱਖਿਓ।
ਹੁਣ ਆਪਣੇ ਕੋਲ ਡੇ ਨੇ ਇੰਪੋਰਟੈਂਟ ਡੇਜ਼ ਜੂਨ 2021 ਦੇ, ਇਹ ਵੀ ਤੁਸੀਂ ਯਾਦ ਰੱਖਣੇ ਆ। ਪਹਿਲਾ ਡੇ 1 ਜੂਨ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਮਿਲਕ ਡੇ। ਇਹਦਾ ਥੀਮ ਕੀ ਸੀ? ਸਸਟੇਨੇਬਿਲਿਟੀ ਇਨ ਦਾ ਡਾਇਰੀ ਸੈਕਟਰ ਵਿਦ ਮੈਸੇਜ ਅਰਾਊਂਡ ਦਾ ਵਰਲਡ, ਅਰਾਊਂਡ ਦਾ ਐਨਵਾਇਰਨਮੈਂਟ, ਨਿਊਟ੍ਰੀਸ਼ਨ ਐਂਡ ਸੋਸ਼ੀਓ ਇਕਨੋਮਿਕਸ। ਠੀਕ ਹੈ ਜੀ। ਇੱਕ ਆਪਰੇਸ਼ਨ ਚੱਲਿਆ ਸੀ ਇੰਡੀਆ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਆਪਰੇਸ਼ਨ ਫਲੱਡ, ਉਹ ਮਿਲਕ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਸੀ, ਉਹ ਵੀ ਤੁਸੀਂ ਯਾਦ ਰੱਖਣਾ। ਤੇ ਉਹਦੇ ਫਾਦਰ ਕੌਣ ਸੀ? ਵਰਗਿਸ ਕੁਰੀਅਨ। 1 ਜੂਨ ਨੂੰ ਆਪਾਂ ਇੱਕ ਹੋਰ ਦਿਨ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਗਲੋਬਲ ਪੈਰੈਂਟਸ ਡੇ। ਇਹਦੇ ਵਿੱਚ ਕੀ ਹੈ ਕਿ ਐਪਰੀਸ਼ੀਏਟ ਆਲ ਦਾ ਪੈਰੈਂਟਸ ਥਰੂ ਆਊਟ ਦਾ ਵਰਲਡ। ਇਹਦਾ ਥੀਮ ਸੀਗਾ ਕਿ ਜਿਹੜੇ ਪੈਰੈਂਟਸ ਨੇ ਉਹਨਾਂ ਦੀ ਮਹੱਤਤਾ ਨੂੰ ਦਰਸਾਉਣ ਵਾਸਤੇ ਦਿਨ ਮਨਾਇਆ ਜਾਂਦਾ। 3 ਜੂਨ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਬਾਈਸਾਈਕਲ ਡੇ। ਇਹ ਬਾਈਸਾਈਕਲ ਦੀ ਇੰਪੋਰਟੈਂਸ ਦੱਸਦਾ ਕਿ ਸਾਡੇ ਵਾਸਤੇ ਬਾਈਸਾਈਕਲ ਚਲਾਉਣਾ ਕਿੰਨਾ ਹੈਲਦੀ ਆ। 5 ਜੂਨ ਨੂੰ ਆਪਾਂ ਮਨਾਉਂਦੇ ਹਾਂ ਵਰਲਡ এনवायरमेंट ਡੇ। ਇਹਦਾ ਥੀਮ ਸੀ ਇਕੋਸਿਸਟਮ ਰਿਸਟੋਰੇਸ਼ਨ, ਇੰਪੋਰਟੈਂਟ ਹੈ, ਇਹ ਯਾਦ ਰੱਖਿਓ। 7 ਜੂਨ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਫੂਡ ਸੇਫਟੀ ਡੇ। ਇਹਦਾ ਥੀਮ ਕੀ ਸੀ? ਸੇਫ ਫੂਡ ਟੂਡੇ ਫॉर ਅ ਹੈਲਦੀ ਟੂਮੋਰੋ। ਤੇ 8 ਜੂਨ ਨੂੰ ਮਨਾਇਆ ਜਾਂਦਾ ਵਰਲਡ ਓਸ਼ਨ ਡੇ। ਜਿਹੜੇ ਆਪਣੇ ਓਸ਼ਨ ਨੇ ਉਹਨਾਂ ਦੀ ਇੰਪੋਰਟੈਂਸ ਨੂੰ ਦਰਸਾਉਣ ਦੀ ਆਪਾਂ ਇਹ ਦਿਨ ਮਨਾਉਂਦੇ ਹਾਂ। ਇਹਦਾ ਥੀਮ ਸੀ ਦਾ ਓਸ਼ਨ ਲਾਈਫ ਐਂਡ ਲਾਈਵਲੀਹੁੱਡਸ, ਕਿਉਂਕਿ ਬਹੁਤ ਲੋਕਾਂ ਦਾ ਲਾਈਵਲੀਹੁੱਡ ਓਸ਼ਨ ਦੇ ਉੱਪਰ ਡਿਪੈਂਡ ਕਰਦਾ। 8 ਜੂਨ ਨੂੰ ਆਪਾਂ ਮਨਾਉਂਦੇ ਹਾਂ ਵਰਲਡ ਬ੍ਰੇਨ ਟਿਊਮਰ ਡੇ। ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਹਦੇ ਨਾਲ ਬਹੁਤ ਸਾਰੇ ਲੋਕ ਹਰ ਸਾਲ ਮਰ ਜਾਂਦੇ ਆ। ਉਹਦੇ ਪ੍ਰਤੀ ਅਵੇਅਰਨੈਸ ਫੈਲਾਉਣ ਲਈ ਆਪਾਂ ਦਿਨ ਮਨਾਉਂਦੇ ਹਾਂ। 12 ਜੂਨ ਨੂੰ ਆਪਾਂ ਦਿਵਸ ਮਨਾਉਂਦੇ ਹਾਂ ਵਰਲਡ ਡੇ ਅਗੇਂਸਟ ਚਾਈਲਡ ਲੇਬਰ, ਕਿ ਜਿਹੜੇ ਬੱਚੇ ਮਜ਼ਦੂਰੀ ਕਰਦੇ ਆ ਉਹਨੂੰ ਬੰਦ ਕੀਤਾ ਜਾਵੇ। ਇਹਦਾ ਥੀਮ ਸੀ ਐਕਟ ਨੋ ਐਂਡ ਚਾਈਲਡ ਲੇਬਰ। 14 ਜੂਨ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਬਲੱਡ ਡੋਨਰ ਡੇ। ਇਹਦਾ ਥੀਮ ਕੀ ਸੀ? ਗਿਵ ਬਲੱਡ ਐਂਡ ਕੀਪ ਦਾ ਵਰਲਡ ਬੀਟਿੰਗ। ਇਹ ਇੰਪੋਰਟੈਂਟ ਹੈ ਕਿਉਂਕਿ ਇਹ ਲੋਕਾਂ ਨੂੰ ਉਤਸ਼ਾਹਿਤ ਕਰਦਾ ਦਿਨ ਕਿ ਬਲੱਡ ਡੋਨੇਟ ਕਰੋ ਤਾਂ ਕਿ ਬਾਕੀ ਲੋਕਾਂ ਦੀ ਜਾਨ ਬਚ ਸਕੇ। 15 ਜੂਨ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ। ਇਹਦਾ ਥੀਮ ਸੀ ਐਕਸੈਸ ਟੂ ਜਸਟਿਸ। ਇਹ ਹੁੰਦਾ ਕਿ ਜਿਹੜੇ ਐਲਡਰਲੀ ਲੋਕ ਨੇ, ਜਿਹੜੇ ਏਜਡ ਲੋਕ ਨੇ, ਉਹਨਾਂ ਨਾਲ ਜਿਹੜੀ ਬਦਸਲੂਕੀ ਕਰਦੇ ਆ ਲੋਕ ਜਾਂ ਉਹਨਾਂ ਦੇ ਬੱਚੇ ਕਰਦੇ ਆ ਜਾਂ ਸਮਾਜ ਕਰਦਾ, ਉਸ ਚੀਜ਼ ਨੂੰ ਰੋਕਣ ਵਾਸਤੇ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ, ਇੰਪੋਰਟੈਂਟ ਹੈ, ਯਾਦ ਰੱਖਿਓ। 16 ਜੂਨ ਨੂੰ ਆਪਾਂ ਦਿਨ ਮਨਾਉਂਦੇ ਹਾਂ ਮਾਰਟੀਡਮ ਆਫ ਗੁਰੂ ਅਰਜਨ ਦੇਵ ਜੀ, ਇੰਪੋਰਟੈਂਟ ਹੈ ਇਹ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਸੀ ਤੇ ਉਹਨਾਂ ਨੂੰ ਸ਼ਹੀਦ ਕਿਹਦੇ ਦੁਆਰਾ ਕੀਤਾ ਗਿਆ ਸੀ? ਜਹਾਂਗੀਰ ਦੁਆਰਾ ਕੀਤਾ ਗਿਆ ਸੀ, ਇਹ ਵੀ ਯਾਦ ਰੱਖਣਾ। 17 ਜੂਨ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰੌਟ। ਡਿਜ਼ਰਟੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਸਾਡੀ ਧਰਤੀ ਹੈ, ਡਰੌਟ ਹੋ ਰਿਹਾ, ਸੋਕਾ ਪੈ ਰਿਹਾ ਤੇ ਡਿਜ਼ਰਟੀਫਿਕੇਸ਼ਨ ਹੋ ਰਹੀ ਹੈ, ਪੋਲਿਊਟ ਹੋ ਰਹੀ ਹੈ, ਉਸ ਚੀਜ਼ ਨੂੰ ਰੋਕਣ ਵਾਸਤੇ ਆਪਾਂ ਇਹ ਦਿਨ ਮਨਾਉਂਦੇ ਹਾਂ। 20 ਜੂਨ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਰਿਫਿਊਜੀ ਡੇ। ਇਹਦਾ ਥੀਮ ਕਿਸੇ ਟੂਗੈਦਰ ਵੀ ਹੀਲ ਲਰਨ ਐਂਡ ਸ਼ਾਈਨ। ਰਿਫਿਊਜੀ ਦਾ ਕ੍ਰਾਈਸਿਸ ਬਹੁਤ ਵੱਡਾ ਹੁੰਦਾ ਥਰੂ ਆਊਟ ਵਰਲਡ, ਕਿਉਂਕਿ ਜਦੋਂ ਕਿਸੇ ਕੰਟਰੀ ਦੇ ਵਿੱਚ ਸਿਵਲ ਵਾਰ ਚੱਲਦੀ ਹੈ ਤਾਂ ਰਿਫਿਊਜੀਜ਼ ਇੱਕ ਕੰਟਰੀ ਤੋਂ ਦੂਸਰੇ ਕੰਟਰੀ ਵਿੱਚ ਚਲੇ ਜਾਂਦੇ ਆ, ਤਾਂ ਉਹਨਾਂ ਦੇ ਜਿਹੜੇ ਰਾਈਟਸ ਹੁੰਦੇ ਆ ਜਾਂ ਉਹਨਾਂ ਦੀ ਜਿਹੜੀ ਫੰਡਾਮੈਂਟਲ ਰਾਈਟ ਨੇ, ਉਹਨਾਂ ਦੀ ਹਿਊਮਨ ਰਾਈਟਸ ਨੇ, ਉਹਨਾਂ ਨੂੰ ਵਾਇਲੇਸ਼ਨ ਹੁੰਦੀ ਹੈ, ਉਸ ਚੀਜ਼ ਨੂੰ ਰੋਕਣ ਵਾਸਤੇ ਤਾਂ ਕਿ ਫਿਰ ਰਿਫਿਊਜੀਜ਼ ਦਾ ਜਿਹੜਾ ਕ੍ਰਾਈਸਿਸ ਉਹਨੂੰ ਸੋਲਵ ਕਰਨ ਵਾਸਤੇ ਆਪਾਂ ਦਿਨ ਮਨਾਉਂਦੇ ਹਾਂ। 21 ਜੂਨ ਨੂੰ ਆਪਾਂ ਦਿਨ ਮਨਾਉਂਦੇ ਹਾਂ ਇੰਟਰਨੈਸ਼ਨਲ ਯੋਗਾ ਡੇ, ਇੰਪੋਰਟੈਂਟ ਹੈ। ਇਹਦਾ ਥੀਮ ਕੀ ਸੀ? ਯੋਗਾ ਫॉर ਵੈਲਬੀਇੰਗ। ਇਹਦਾ ਇੰਟਰਨੈਸ਼ਨਲ ਥੀਮ ਸੀ। ਇਹਦਾ ਇੰਡੀਆ ਦਾ ਥੀਮ ਅਲੱਗ ਸੀ, ਉਹ ਸੀ ਯੋਗਾ ਫॉर ਵੈਲਨੈਸ। ਇਹ ਹੈਗਾ ਯੋਗਾ ਫॉर ਵੈਲਬੀਇੰਗ, ਇਹ ਹੈਗਾ ਵਰਲਡ ਲੈਵਲ ਤੇ ਇੰਡੀਆ ਲੈਵਲ ਤੇ ਸੀ ਯੋਗਾ ਫॉर ਵੈਲਨੈਸ, ਇਹ ਵੀ ਤੁਸੀਂ ਯਾਦ ਰੱਖਣਾ। ਯੋਗਾ ਦੇ ਫਾਦਰ ਨੇ ਮਹਾਰਿਸ਼ੀ ਪਤੰਜਲੀ। 23 ਜੂਨ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਓਲੰਪਿਕ ਡੇ। ਇਹਦਾ ਥੀਮ ਕੀ ਸੀ ਇਸ ਵਾਰੀ? ਕਾਫੀ ਲੈਂਥੀ ਥੀਮ ਹੈ, ਨਹੀਂ ਪੁੱਛਿਆ ਜਾਏਗਾ। ਸਟੇ ਹੈਲਦੀ, ਸਟੇ ਸਟਰੋਂਗ, ਸਟੇ ਐਕਟਿਵ ਵਿਦ ਓਲੰਪਿਕ ਡੇ, ਵਰਕਆਊਟ ਔਨ। ਇਹ ਆਪਾਂ ਮਨਾਉਂਦੇ ਹਾਂ ਜੂਨ 23 ਨੂੰ। 25 ਜੂਨ ਨੂੰ ਆਪਾਂ ਇੱਕ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਡੇ ਆਫ ਦਾ ਸੀਫੇਰਰ। ਥੀਮ ਕਿਸੇ ਦਾ? ਸੀਫੇਰਰ ਐਟ ਦਾ ਕੋਰ ਆਫ ਸ਼ਿਪਿੰਗਸ ਫਿਊਚਰ। ਸੀਫੇਰਰ ਉਹ ਲੋਕ ਹੁੰਦੇ ਆ ਜਿਹੜੇ ਸ਼ਿਪ ਵਗੈਰਾ ਦੇ ਉੱਪਰ ਕਰੂ ਹੁੰਦੇ ਆ, ਜਿਹੜੇ ਕੰਮ ਕਰਦੇ ਆ, ਜਿਸ ਤਰ੍ਹਾਂ ਨਾਲ ਗੁੱਡਸ ਵਗੈਰਾ ਨੂੰ ਇੱਕ ਕੰਟਰੀ ਤੋਂ ਦੂਸਰੇ ਕੰਟਰੀ ਤੱਕ ਲੈ ਕੇ ਜਾਂਦੇ ਆ, ਟਰਾਂਸਪੋਰਟੇਸ਼ਨ ਦੇ ਵਿੱਚ ਹੈਲਪ ਕਰਦੇ ਆ, ਤੇ ਉਹਨਾਂ ਦੀ ਇੰਪੋਰਟੈਂਸ ਨੂੰ ਦਰਸਾਉਣ ਲਈ ਦਿਨ ਮਨਾਇਆ ਜਾਂਦਾ ਹੈ। ਅੱਗੇ ਆਪਣੇ ਕੋਲ ਜੁਲਾਈ 2021 ਦੇ ਇੰਪੋਰਟੈਂਟ ਡੇਜ਼ ਨੇ। 1 ਜੁਲਾਈ ਨੂੰ ਆਪਾਂ ਮਨਾਉਂਦੇ ਹਾਂ ਨੈਸ਼ਨਲ ਡਾਕਟਰਸ ਡੇ, ਇੰਪੋਰਟੈਂਟ ਆ, ਯਾਦ ਰੱਖਿਓ। ਇਹ ਕਿਹਦੇ ਲਈ ਮਨਾਇਆ ਜਾਂਦਾ? ਇੱਕ ਵੈਸਟ ਬੰਗਾਲ ਦੇ ਪਰਸਨ ਸੀ, ਡਾਕਟਰ ਸੀਗੇ ਤੇ ਉੱਥੇ ਦੇ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ, ਉਹਨਾਂ ਨਾਮ ਸੀ ਡਾਕਟਰ ਬਿਧਨ ਚੰਦਰਾ ਰਾਏ, ਇਹਨਾਂ ਦੇ ਨਾਮ ਤੇ ਮਨਾਇਆ ਜਾਂਦਾ। ਤੇ ਇਹਦਾ ਥੀਮ ਕੀ ਸੀ? ਸੇਵ ਦਾ ਸੇਵੀਅਰਸ। 1 ਜੁਲਾਈ ਨੂੰ ਆਪਾਂ ਇੱਕ ਹੋਰ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਨੈਸ਼ਨਲ ਪੋਸਟਲ ਡੇ, ਜਿਹੜੀਆਂ ਪੋਸਟਲ ਸਰਵਿਸਿਜ਼ ਨੇ, ਡਾਕ ਵਗੈਰਾ ਦੀਆਂ ਸੇਵਾਵਾਂ ਨੇ, ਉਹਦੇ ਲਈ। ਠੀਕ ਆ ਜੀ। ਤੇ ਜਿਹੜੇ ਲੋਕ ਇਸ ਕਿੱਤੇ ਨਾਲ ਸੰਬੰਧਿਤ ਨੇ, ਜਿਹੜੇ ਡਾਕ ਵਗੈਰਾ ਨੂੰ ਬਚਾਉਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਆ, ਡਿਲੀਵਰ ਕਰਦੇ ਆ, ਉਹਨਾਂ ਨੂੰ ਆਨਰ ਕਰਨ ਲਈ, ਉਹਨਾਂ ਨੂੰ ਸਤਿਕਾਰ ਦੇਣ ਲਈ ਇਹ ਦਿਨ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਨੈਸ਼ਨਲ ਪੋਸਟਲ ਡੇ। 2 ਜੁਲਾਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ UFO ਡੇ। UFO ਦਾ ਕੀ ਮਤਲਬ ਆ? ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ। ਇਹਦੇ ਪ੍ਰਤੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਨ ਮਨਾਇਆ ਜਾਂਦਾ। ਤੇ 6 ਜੁਲਾਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਯੂਨੋਸਿਸ ਡੇ। ਤੇ ਯੂਨੋਸਿਸ ਦਾ ਕੀ ਮਤਲਬ ਹੁੰਦਾ? ਜਦੋਂ ਕੋਈ ਬਿਮਾਰੀ ਜਾਨਵਰਾਂ ਤੋਂ ਹਿਊਮਨ ਦੇ ਵਿੱਚ ਆ ਜਾਂਦੀ ਹੈ, ਜਦੋਂ ਕੋਈ ਜਾਨਵਰਾਂ ਤੋਂ ਬਿਮਾਰੀ ਹਿਊਮਨ ਦੇ ਵਿੱਚ ਆ ਜਾਂਦੀ ਹੈ, ਉਹਨੂੰ ਆਪਾਂ ਯੂਨੋਸਿਸ ਕਹਿੰਦੇ ਹਾਂ। ਯੂਨੋਸਿਸ ਦਾ ਜਿਹੜਾ ਆਪਾਂ ਡੇ ਕਿਉਂ ਮਨਾਉਂਦੇ ਹਾਂ? ਕਿਉਂਕਿ ਇਸ ਦਿਨ 6 ਜੁਲਾਈ 1885 ਨੂੰ ਜਿਹੜੇ ਲੂਇਸ ਪਾਸਚਰ, ਇੱਕ ਫੇਮਸ ਸਾਇੰਟਿਸਟ ਸੀ, ਉਹਨਾਂ ਨੇ ਵੈਕਸੀਨ ਦੀ ਕਾਢ ਕੱਢੀ ਸੀ। ਉਹਨਾਂ ਨੇ ਰੇਬੀਜ਼ ਦੀ ਵੈਕਸੀਨ ਬਣਾਈ ਸੀ, ਜਿਹੜਾ ਰੇਬੀਜ਼ ਵਾਇਰਸ ਹੁੰਦਾ ਜਿਹੜਾ ਕੁੱਤਿਆਂ ਤੋਂ ਇਨਸਾਨ ਦੇ ਵਿੱਚ ਚਲਿਆ ਜਾਂਦਾ, ਉਸ ਚੀਜ਼ ਦੀ ਉਹਨਾਂ ਨੇ ਵੈਕਸੀਨ ਬਣਾਈ ਸੀ। ਤੇ ਪਹਿਲਾ ਟ੍ਰਾਇਲ ਸੀ ਉਹਦਾ 6 ਜੁਲਾਈ 1885 ਦੇ ਵਿੱਚ ਹੋਇਆ ਸੀ। ਤੇ ਉਸ ਚੀਜ਼ ਦੀ ਯਾਦ ਵਿੱਚ ਆਪਾਂ ਮਨਾਉਂਦੇ ਹਾਂ ਵਰਲਡ ਯੂਨੋਸਿਸ ਡੇ, ਯਾਦ ਰੱਖਣਾ। 11 ਜੁਲਾਈ ਨੂੰ ਆਪਾਂ ਮਨਾਉਂਦੇ ਇੱਕ ਦਿਨ ਜਿਹਨੂੰ ਆਪਾਂ ਕਹਿੰਦੇ ਵਰਲਡ ਪੋਪੂਲੇਸ਼ਨ ਡੇ। ਇਹਦਾ ਕੀ ਫੰਕਸ਼ਨ ਸੀਗਾ ਕਿ ਆਪਾਂ ਅਵੇਅਰਨੈਸ ਪੈਦਾ ਕਰਨੀ ਹੈ ਲੋਕਾਂ ਦੇ ਵਿੱਚ
ਕਿ ਜਿਹੜੀ ਇਨਕਰੀਜ਼ਿੰਗ ਪੋਪੂਲੇਸ਼ਨ ਆ ਉਹ ਇੱਕ ਥ੍ਰੈਟ ਆ ਆਪਣੇ ਲਈ, ਕਿਉਂਕਿ ਆਪਣੇ ਰਿਸੋਰਸਿਸ ਬੜੇ ਲਿਮਿਟਡ ਨੇ। ਅਗਰ ਪੋਪੂਲੇਸ਼ਨ ਬਹੁਤ ਜ਼ਿਆਦਾ ਵਧੇਗੀ ਰਿਸੋਰਸਿਸ ਦੇ ਉੱਪਰ ਬਹੁਤ ਬਰਡਨ ਪਏਗਾ। ਇਹਦਾ ਥੀਮ ਕੀ ਸੀ ਇਸ ਵਾਰੀ? ਦ ਇੰਪੈਕਟ ਆਫ ਕੋਵਿਡ-19 ਪੈਂਡੈਮਿਕ ਔਨ ਫਰਟਿਲਿਟੀ। ਉਸ ਤੋਂ ਬਾਅਦ 12 ਜੁਲਾਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਹਾਂ ਵਰਲਡ ਮਲਾਲਾ ਡੇ। ਇਹ ਮਲਾਲਾ ਯੂਸਫਜ਼ਾਈ ਜਿਹੜੇ ਐਕਟਿਵਿਸਟ ਨੇ ਪਾਕਿਸਤਾਨ ਦੇ, ਤੇ ਉਹਨਾਂ ਨੇ ਪਾਕਿਸਤਾਨ ਦੀਆਂ ਜਿਹੜੀ ਗਰਲਸ ਨੇ ਜਾਂ ਉਹਨਾਂ ਦੀ ਵਿਮਨ ਨੇ ਉਹਨਾਂ ਦੀ ਐਜੂਕੇਸ਼ਨ ਦਿੱਤੇ ਜਾਂ ਉਹਨਾਂ ਦੇ ਰਾਈਟਸ ਦੇ ਲਈ ਕੰਮ ਕੀਤਾ, ਤੇ ਇਹਨਾਂ ਨੂੰ ਤਾਲਿਬਾਨ ਦੁਆਰਾ ਸ਼ੂਟ ਕਰ ਦਿੱਤਾ ਗਿਆ ਸੀ। ਤੇ ਬਾਅਦ ਵਿੱਚ ਇਹਨਾਂ ਨੂੰ 2014 ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ। ਤੇ ਉਸ ਟਾਈਮ ਜਿਹੜਾ ਨੋਬਲ ਪੀਸ ਪ੍ਰਾਈਜ਼ ਸੀ 2 ਪਰਸਨ ਨੂੰ ਮਿਲਿਆ ਸੀ, ਇੱਕ ਸੀ ਮਲਾਲਾ ਯੂਸਫਜ਼ਾਈ ਤੇ ਦੂਜੇ ਇੰਡੀਅਨ ਸੀ ਜਿਹਦਾ ਨਾਮ ਸੀ ਕੈਲਾਸ਼ ਸਤਿਆਰਥੀ। ਦੋਨਾਂ ਨੂੰ ਮਿਲਿਆ ਸੀ ਨੋਬਲ ਪ੍ਰਾਈਜ਼ ਪੀਸ ਵਾਸਤੇ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਇਹਨਾਂ ਦਾ ਜਨਮ ਦਿਨ ਹੁੰਦਾ 12 ਜੁਲਾਈ ਨੂੰ, ਤਾਂ ਕਰਕੇ ਆਪਾਂ ਇਹ ਦਿਵਸ ਮਨਾਉਂਦੇ ਹਾਂ। 17 ਜੁਲਾਈ ਨੂੰ ਇੱਕ ਦਿਵਸ ਮਨਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਡੇ ਫॉर ਇੰਟਰਨੈਸ਼ਨਲ ਜਸਟਿਸ। ਦੁਨੀਆ ਭਰ ਵਿੱਚ ਨਿਆਂ ਦੇ ਲਈ ਇਹ ਦਿਨ ਮਨਾਇਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ, ਇਹਦਾ ਥੀਮ ਕੀ ਸੀ ਇਸ ਵਾਰੀ? ਸੋਸ਼ਲ ਜਸਟਿਸ ਇਨ ਦਾ ਡਿਜੀਟਲ ਇਕੋਨਮੀ। ਇੰਪੋਰਟੈਂਟ ਆ, ਯਾਦ ਰੱਖਿਓ। 18 ਜੁਲਾਈ ਨੂੰ ਆਪਾਂ ਇੱਕ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ। ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਪਹਿਲੇ ਬਲੈਕ ਪ੍ਰੈਜ਼ੀਡੈਂਟ ਸੀ, ਜਿਨ੍ਹਾਂ ਨੇ ਸਾਊਥ ਅਫਰੀਕਾ ਦੀ ਆਜ਼ਾਦੀ ਵਾਸਤੇ ਬਹੁਤ ਲੜਾਈ ਲੜੀ ਤੇ ਬਾਅਦ ਵਿੱਚ ਸਾਊਥ ਅਫਰੀਕਾ ਨੂੰ ਆਜ਼ਾਦ ਕਰਾਇਆ ਤੇ ਪਹਿਲੇ ਪ੍ਰੈਜ਼ੀਡੈਂਟ ਬਣੇ। ਉਹਨਾਂ ਦੀ ਆਪਾਂ ਯਾਦ ਦੇ ਵਿੱਚ ਇਹ ਦਿਨ ਮਨਾਉਂਦੇ ਹਾਂ। ਤੇ ਇਹਦਾ ਥੀਮ ਕੀ ਸੀ? ਵਨ ਹੈਂਡ ਕੈਨ ਫੀਡ ਅਨਦਰ। ਇੱਕ ਚੀਜ਼ ਹੋਰ ਵੀ ਪੁੱਛ ਲਈ ਜਾਂਦੀ ਹੈ ਨੈਲਸਨ ਮੰਡੇਲਾ ਬਾਰੇ ਕਿ ਉਹਨਾਂ ਦੀ ਆਟੋਬਾਇਓਗ੍ਰਾਫੀ ਦਾ ਕੀ ਨਾਮ ਹੈ। ਨੈਲਸਨ ਮੰਡੇਲਾ ਦੀ ਆਟੋਬਾਇਓਗ੍ਰਾਫੀ ਦਾ ਨਾਮ ਹੈ ਲੌਂਗ ਵਾਕ ਟੂ ਫਰੀडम। ਲੌਂਗ ਵਾਕ ਟੂ ਫਰੀडम। 26 ਜੁਲਾਈ ਨੂੰ ਆਪਾਂ ਮਨਾਉਂਦੇ ਹਾਂ ਕਾਰਗਿਲ ਵਿਜੇ ਦਿਵਸ, ਠੀਕ ਹੈ ਜੀ। ਹੁਣ ਕੀ ਹੋਇਆ ਕਿ 21 ਸਾਲ ਲਗਭਗ ਹੋ ਗਏ ਨੇ ਕਾਰਗਿਲ ਨੂੰ। 1999 ਦੇ ਵਿੱਚ ਕਾਰਗਿਲ ਦੀ ਲੜਾਈ ਹੋਈ ਸੀ ਤੇ 26 ਜੁਲਾਈ ਨੂੰ ਆਪਾਂ ਜਿੱਤ ਲਿਆ ਸੀ 60 ਦਿਨ ਦੀ ਲੜਾਈ ਤੋਂ ਬਾਅਦ, ਤਾਂ ਕਰਕੇ ਆਪਾਂ ਇਹ ਦਿਵਸ ਮਨਾਉਂਦੇ ਹਾਂ ਕਾਰਗਿਲ ਦਿਵਸ। 26 ਜੁਲਾਈ ਨੂੰ ਆਪਾਂ ਇੱਕ ਹੋਰ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਨੈਸ਼ਨਲ ਪੈਰੈਂਟਸ ਡੇ, ਠੀਕ ਹੈ ਜੀ। 4th ਸੰਡੇ ਨੂੰ ਹੁੰਦਾ ਜੁਲਾਈ ਦੇ ਵਿੱਚ। 28 ਜੁਲਾਈ ਨੂੰ ਆਪਾਂ ਇੱਕ ਦਿਵਸ ਮਨਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਹੈਪੇਟਾਈਟਸ ਡੇ। ਇਹਦਾ ਥੀਮ ਕੀ ਸੀ? ਹੈਪੇਟਾਈਟਸ ਕਾਂਟ ਵੇਟ। ਹੈਪੇਟਾਈਟਸ ਜਿਹੜੀ ਬਿਮਾਰੀ ਹੁੰਦੀ ਹੈ ਨਾ, ਉਹ ਸਾਡੇ ਲਿਵਰ ਦੇ ਉੱਪਰ ਅਸਰ ਕਰਦੀ ਆ। 28 ਜੁਲਾਈ ਨੂੰ ਆਪਾਂ ਇੱਕ ਦਿਨ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਨੇਚਰ ਕੰਜ਼ਰਵੇਸ਼ਨ ਡੇ। ਜਿਹੜੀ ਸਾਡੀ ਕੁਦਰਤ ਹੈ ਉਹਦੀ ਸੰਭਾਲ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ 28 ਜੁਲਾਈ ਨੂੰ, ਤੇ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਲਈ ਕਿ ਸਾਨੂੰ ਨੇਚਰ ਦਾ ਰਿਸਪੈਕਟ ਕਰਨਾ ਚਾਹੀਦਾ, ਰਿਗਾਰਡ ਕਰਨਾ ਚਾਹੀਦਾ, ਸੰਭਾਲਣਾ ਚਾਹੀਦਾ ਨੇਚਰ ਨੂੰ। 29 ਜੁਲਾਈ ਨੂੰ ਆਪਾਂ ਦਿਵਸ ਮਨਾਉਂਦੇ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਟਾਈਗਰ ਡੇ। ਇੰਪੋਰਟੈਂਟ ਆ ਇਹ ਕਾਹਦੇ ਲਈ ਮਨਾਇਆ ਜਾਂਦਾ? ਜਿਹੜੇ ਆਪਣੇ ਟਾਈਗਰ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹਨੂੰ ਕੰਜ਼ਰਵ ਕਰਨ ਲਈ, ਮਤਲਬ ਟਾਈਗਰ ਦੀ ਸੰਖਿਆ ਨੂੰ ਕੰਜ਼ਰਵ ਕਰਨ ਲਈ ਆਪਾਂ ਇਹ ਦਿਵਸ ਮਨਾਉਂਦੇ ਹਾਂ। ਤੇ ਇਸ ਵਾਰੀ ਦਾ ਥੀਮ ਕੀ ਸੀ? ਦੇਅਰ ਸਰਵਾਈਵਲ ਇਜ਼ ਇਨ ਆਰ ਹੈਂਡਸ, ਠੀਕ ਹੈ ਜੀ। ਫਸਟ ਕਦੋਂ ਹੋਇਆ ਸੀ ਇਹ ਜਿਹੜਾ ਟਾਈਗਰ ਕੰਜ਼ਰਵੇਸ਼ਨ ਡੇ ਮਨਾਉਣਾ ਸ਼ੁਰੂ ਕੀਤਾ ਸੀ? 2010 ਦੇ ਵਿੱਚ ਸੇਂਟ ਪੀਟਰਬਰਗ ਦੇ ਵਿੱਚ, ਜਿਹੜਾ ਰਸ਼ੀਆ ਦਾ ਪਾਰਟ ਹੈ। ਇੱਕ ਚੀਜ਼ ਹੋਰ ਯਾਦ ਰੱਖਿਓ, ਜਿਹੜਾ ਇੰਡੀਆ ਦੇ ਵਿੱਚ ਟਾਈਗਰ ਪ੍ਰੋਜੈਕਟ ਟਾਈਗਰ ਚੱਲਿਆ ਸੀ ਇੰਡੀਆ ਦੇ ਵਿੱਚ, ਉਹ ਕਦੋਂ ਸ਼ੁਰੂ ਹੋਇਆ ਸੀ? 1 ਅਪ੍ਰੈਲ 1973 ਦੇ ਵਿੱਚ। ਇਹ ਯਾਦ ਰੱਖਣਾ, 1 ਅਪ੍ਰੈਲ 1973 ਦੇ ਵਿੱਚ ਟਾਈਗਰ ਪ੍ਰੋਜੈਕਟ ਸ਼ੁਰੂ ਹੋਇਆ ਸੀ ਇੰਡੀਆ ਦੇ ਵਿੱਚ, ਠੀਕ ਹੈ ਜੀ। ਅੱਜ ਲਈ ਨਹੀਂ ਕਾਫੀ। ਅਗਰ ਵੀਡੀਓ ਅੱਛਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਫॉर ਵਾਚਿੰਗ ਦ ਵੀਡੀਓ।